ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬਜ਼ਾਦਿਆਂ ਦਾ ਸ਼ਹੀਦ ਹੋਣਾ। ਤਿੰਨ ਪਿਆਰੇ ਅਤੇ ਬਾਕੀ ਸਿੰਘਾਂ ਨੂੰ ਸ਼ਹੀਦ ਹੋਇਆਂ ਵੇਖ ਸਾਹਿਬਜ਼ਾਦਾ ਅਜੀਤ ਸਿੰਘ ਨੇ ਪਿਤਾ ਜੀ ਤੋਂ ਬਾਕੀ ਸਿੰਘਾਂ ਵਾਂਗ ਬਾਹਰ ਨਿਕਲ ਕੇ ਜੰਗ ਕਰਨ ਦੀ ਆਗਿਆ ਮੰਗੀ। ਅਕਾਲ ਪੁਰਖ ਦੇ ਪੁੱਤਰ ਦਸ਼ਮੇਸ਼ ਜੀ ਨੇ ਪੁੱਤਰ ਦੀ ਪਿੱਠ ਠੋਕੀ ਅਤੇ ਕਿਹਾ, ਸ਼ਾਬਾਸ਼ ਪੁੱਤਰ, ਅਸੀਂ ਤਾਂ ਇਹੋ ਚਾਹੁੰਦੇ ਹਾਂ ਕਿ ਜਬ ਆਪ ਕੀ ਆਉਤ ਨਿਧਾਨ ਬਣੇ ਅਤ ਹੀ ਰਨ ਮੇ ਤਬ ਜੂਝ ਮਰੋ। ਬਹਾਦਰਾਂ ਦਾ ਇਹੀ ਧਰਮ ਹੈ ਕਿ ਉਹ ਜਦ ਐਸਾ ਸਮਾਂ ਦੇਖਣ ਤਾਂ ਰਣ ਵਿੱਚ ਜੂਝ ਕੇ ਸ਼ਹੀਦੀਆਂ ਪਾਉਂਦੇ ਹਨ। ਪੁੱਤਰ ਧਰਮ ਅਤੇ ਦੇਸ਼ ਦੀ ਰਾਖੀ ਲਈ ਪਰ ਉਪਕਾਰ ਲਈ ਸ਼ਹੀਦ ਹੋਣਾ ਇਹੀ ਸੱਚੀ ਕੁਰਬਾਨੀ ਹੈ। ਇਉਂ ਗੁਰੂ ਜੀ ਨੇ ਹੱਥੀਂ ਸਾਹਿਬਜ਼ਾਦੇ ਨੂੰ ਤਿਆਰ ਕੀਤਾ ਅਤੇ 5 ਸਿੰਘ ਨਾਲ ਦੇ ਕੇ ਬਾਹਰ ਭੇਜ ਦਿੱਤਾ। ਸਾਹਿਬਜ਼ਾਦਾ ਜੀ ਤੀਰਾਂ ਦੇ ਪੱਥੇ ਸਮੇਤ ਸਿੰਘਾਂ ਨੂੰ ਨਾਲ ਲੈ ਕੇ ਜੈਕਾਰੇ ਛੱਡਦੇ ਬਾਹਰ ਨਿਕਲੇ। ਉਹਨਾਂ ਜਾਂਦੇ ਹੀ ਖਿੱਚ ਤੀਰ ਛੱਡੇ, ਪਰ ਤੀਰ ਮੁੱਕਣ 'ਤੇ ਤਲਵਾਰ ਲੈ ਕੇ ਵਧੇ। ਭਾਵੇਂ ਦੁਸ਼ਮਣਾਂ ਨੇ ਉਹਨਾਂ ਨੂੰ ਘੇਰ ਲਿਆ, ਪਰ ਸਾਹਿਬਜ਼ਾਦਾ ਜੀ ਅਤੇ ਸਾਰੇ ਹੀ ਸਿੰਘ ਚੰਗੇ ਭਲੱਥੇਬਾਜ਼ ਅਤੇ ਗੱਤਕੇ ਦੇ ਖਿਡਾਰੀ ਸਨ। ਇਸ ਲਈ ਵੈਰੀਆਂ ਦੇ ਵਾਰ ਬਚਾ ਆਪਣੇ ਵਾਰ ਚਲਾਉਂਦੇ ਅਤੇ ਬੜੇ ਮਾਹਰਾਂ ਅਤੇ ਫੁਰਤੀਲਿਆਂ ਨੂੰ ਵੀ ਢਾਹੀ ਜਾਂਦੇ ਸਨ। ਕਹਿੰਦੇ ਹਨ ਕਿ 10 ਅਤੇ 20 ਨੂੰ ਮਾਰ ਸ਼ਹੀਦ ਹੋ ਚੁੱਕੇ ਸਨ, ਪਰ ਸਾਹਿਬਜ਼ਾਦਾ ਜੀ ਭਾਵੇਂ ਸਰੀਰ 'ਤੇ ਲੱਗੇ ਘਾਵਾਂ ਕਾਰਨ ਲਾਲ ਗੁਲਾਲ ਹੋਏ ਸਨ, ਪਰ ਆਪਣੀ ਤੇਗ ਅਤੇ ਬਰਛੀ ਨਾਲ ਵੈਰੀਆਂ ਨੂੰ ਅਜੇ ਵੀ ਪਰੋ ਸੁੱਟੀ ਜਾ ਰਹੇ ਸਨ। ਤਲਵਾਰ ਚੱਲਦੀ ਸੀ ਅਤੇ ਤਾਰ ਵਾਂਗ ਸਰੀਰਾਂ ਨੂੰ ਚੀਰ ਵਿੱਚੋਂ ਨਿਕਲਦੀ ਜਾ ਰਹੀ ਸੀ, ਪਰ ਜਦ ਨੇਜਾ ਟੁੱਟ ਗਿਆ, ਤਲਵਾਰ ਵੀ ਟੁੱਟ ਗਈ ਤਾਂ ਕਮਰ ਦੀ ਕਟਾਰ ਕੱਢ ਲਈ ਅਤੇ ਵੈਰੀ ਦੇ ਸ਼ਸਤਰ ਸਹਾਰ ਉਹਨਾਂ ਨੂੰ ਖੋਭੀ ਗਏ। ਵੱਧੀ ਜਾ ਰਹੇ ਸਨ ਅਤੇ ਅੰਤ ਸਰੀਰ ਦੇ ਕਈ ਟੁਕੜੇ ਹੋ ਗਏ ਅਤੇ ਧਰਤੀ 'ਤੇ ਡਿੱਗ ਪਏ। ਵੱਡੇ ਭਰਾ ਨੂੰ ਸ਼ਹੀਦ ਹੋਇਆਂ ਵੇਖ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇ ਜੰਗ ਵਿੱਚ ਜਾਣ ਦੀ ਆਗਿਆ ਮੰਗੀ ਅਤੇ ਪਿਤਾ ਜੀ ਅੱਗੇ ਹੱਥ ਜੋੜ ਖਲੋਤੇ। ਸਤਿਗੁਰੂ ਜੀ ਨੇ ਤਾਂ ਆਪਣੇ ਇੱਕੋ ਸਾਹਮਣੇ ਰੱਖੇ ਨਿਸ਼ਾਨੇ ਅਨੁਸਾਰ ਸਰਬੰਸ ਨੂੰ ਹੀ ਧਰਮ ਖਾਤਰ ਕੁਰਬਾਨ ਕਰਨ ਦਾ ਮਨ ਬਣਾ ਰੱਖਿਆ ਸੀ। ਸੋ ਉਹਨਾਂ ਸਾਹਿਬਜ਼ਾਦੇ ਨੂੰ ਪਿਆਰ ਕੀਤਾ ਅਤੇ ਕਿਹਾ, ਪੁੱਤਰ, ਦੇਸ਼ ਅਤੇ ਧਰਮ ਦੇ ਵੈਰੀ ਨਾਲ ਲੜਨਾ ਹੀ ਖਸ਼ਤਰੀ ਦਾ ਸੱਚਾ ਧਰਮ ਹੈ। ਇਹੋ ਹੀ ਸੱਚੀ ਸੂਰਮਤਾਈ ਹੈ। ਵੈਰੀ ਨੂੰ ਸਾਹਮਣੇ ਮੱਥੇ 'ਤੇ ਮਾਰਨਾ ਅਤੇ ਮਰਨਾ, ਪਿੱਠ ਨਾ ਦੇਣੀ। ਇਹਨਾਂ ਗੁਣਾਂ ਵਾਲੇ ਬਹਾਦਰਾਂ ਦਾ ਨਾਮ ਸੰਸਾਰ 'ਤੇ ਸਦਾ ਅਮਰ ਰਹਿੰਦਾ ਹੈ ਅਤੇ ਉਹ ਸਦਾ ਹੀ ਜਿਉਂਦੇ ਹਨ। ਸੋ ਬੇਟਾ, ਜਾਓ, ਵੈਰੀ ਦਲ ਨਾਲ ਸਾਹਮਣੇ ਲੜਦੇ ਹੋਏ ਆਪਣੇ ਵੱਡੇ ਵੀਰ ਦਾ ਸਾਥ ਦਿਓ। ਇਹ ਆਖ ਗੁਰੂ ਜੀ ਨੇ ਸਾਹਿਬਜ਼ਾਦੇ ਨੂੰ ਸੋਹਣੀ ਨਿੱਕੀ ਜਿਹੀ ਕਲਗੀ 'ਤੇ ਜਿਗਾ ਸਜਾਈ, ਮੱਥਾ ਚੁੰਮਿਆ ਅਤੇ ਗਲੇ ਲਾਇਆ ਅਤੇ ਫਿਰ ਥਾਪੀ ਦੇ ਕੇ 5 ਸਿੰਘਾਂ ਨਾਲ ਗੜੀ ਤੋਂ ਬਾਹਰ ਭੇਜ ਦਿੱਤਾ। ਭਾਈ ਆਲਮ ਸਿੰਘ ਗੁਰੂ ਕਾ ਵੀਰ ਯੋਧਾ ਸੀ। ਉਹ ਵੀ ਆਗਿਆ ਪਾ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੇ ਨਾਲ ਬਾਹਰ ਨਿਕਲ ਆਇਆ। ਸਾਹਿਬਜ਼ਾਦੇ ਦੇ ਸੋਹਣੇ ਅਤੇ ਸੁੰਦਰ ਸਰੂਪ ਵੇਖਣ ਨੂੰ ਵੈਰੀ ਦਾ ਮਨ ਵੀ ਚਾਹੁੰਦਾ ਸੀ। ਸੋ ਨਿੱਕੇ ਸ਼ਸਤਰਾਂ ਨਾਲ ਸੱਜੇ ਸਾਹਿਬਜ਼ਾਦੇ ਨੂੰ ਵੱਡੇ ਬਹਾਦਰਾਂ ਵਾਲੀ ਦਲੇਰੀ ਨਾਲ ਲੜਦਿਆਂ ਵੇਖ ਨਾਹਰ ਖਾਂ, ਤਾਹਰ ਖਾਂ ਆਦਿ ਮੁਗਲ ਜਰਨੈਲ ਅੱਗੋਂ ਆ ਪਏ, ਪਰ ਸਿੰਘਾਂ ਨੇ ਜਾਂਦੇ ਹੀ ਜਿੱਧਰ ਪੈਣਾ ਸੀ ਇੱਕੋ ਵਾਰ ਪੈਣਾ ਸ਼ੁਰੂ ਕਰ ਦਿੱਤਾ। ਪਿੱਠਾਂ ਨਾਲ ਪਿੱਠਾਂ ਜੋੜ ਕੇ ਇੱਕ ਵਾਰ ਤਾਂ ਇੰਨੀ ਯੁਕਤੀ ਅਤੇ ਬਹਾਦਰੀ ਨਾਲ ਲੜੇ ਕਿ ਜੋ ਵੀ ਸਾਹਮਣੇ ਆਇਆ ਸੋ ਝੜ ਗਿਆ। ਬਹਾਦਰੀ ਵੇਖਣ ਦੇ ਚਾਹਵਾਨ ਬਹਾਦਰੀ ਦਾ ਸ਼ਿਕਾਰ ਹੋ ਗਏ। ਇਹ ਨਿੱਕਾ ਜਿਹਾ ਹੈ ਆਖ ਕੇ ਉਹ ਬੇਪਰਵਾਹ ਜਿਹੇ ਹੋ ਕੇ ਅੱਗੇ ਵਧਦੇ, ਪਰ ਉਦੋਂ ਹੀ ਪਤਾ ਲੱਗਦਾ ਜਦੋਂ ਚਮਕਦੀ ਤਲਵਾਰ 2 ਧੜ ਕਰਕੇ ਸੁੱਟ ਦਿੰਦੀ। ਇਹ ਵੇਖ ਇਹਨਾਂ 6-7 ਨੂੰ ਹਜ਼ਾਰਾਂ ਦੀ ਦੁਸ਼ਮਣ ਆਣ ਪਏ। ਸੰਧਿਆ ਹੋਣ ਵਾਲੀ ਸੀ, ਥੱਕੇ ਅਤੇ ਅੱਕੇ ਹੋਏ ਸੀ, ਪਰ ਫਿਰ ਵੀ ਬਚਾ ਕੇ ਲੜਦੇ ਸੀ। ਪਰ ਅੱਗੋਂ ਜਾਨਾਂ ਅਤੇ ਖੇਡਣ ਦੇ ਚਾਹਵਾਨਾਂ ਦਾ ਮੁਕਾਬਲਾ ਸੀ, ਪਰ ਕਿੱਥੇ 40 ਅਤੇ ਕਿੱਥੇ 10 ਲੱਖ ਕੀ ਮੁਕਾਬਲਾ ਸੀ। ਪਰ ਧੰਨ ਸ਼੍ਰੀ ਦਸ਼ਮੇਸ਼ ਪਿਤਾ ਜੀ ਦਾ ਜੇਰਾ ਅਤੇ ਬਹਾਦਰੀ। 30-32 ਸਿੰਘਾਂ ਅਤੇ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਉਪਰੰਤ ਉਹਨਾਂ ਨੇ ਉੱਥੇ ਖੜੇ ਹੀ ਅਕਾਲ ਪੁਰਖ ਦਾ ਧੰਨਵਾਦ ਕੀਤਾ। ਹੇ ਪ੍ਰਭੂ, ਤੇਰੀ ਅਮਾਨਤ ਸੀ ਜੋ ਅੱਜ ਅਦਾ ਹੋ ਗਈ। ਸ਼ੁਕਰ ਹੈ ਧਰਮ ਨਿਭ ਗਿਆ, ਸਿਰੋਂ ਫਰਜ਼ ਉਤਰ ਗਿਆ ਹੈ। ਗੁਰੂ ਜੀ ਨੇ ਚਮਕੌਰ ਤੋਂ ਨਿਕਲਣਾ। ਸੰਧਿਆ ਦਾ ਹਨੇਰਾ ਹੋ ਰਿਹਾ ਸੀ।
ਵੈਰੀ ਦਲ ਸਾਰਾ ਦਿਨ ਸਾਰਾ ਜ਼ੋਰ ਲਾਉਣ 'ਤੇ ਵੀ ਇਸ ਨਿੱਕੀ ਜਿਹੀ ਗੜੀ ਨੂੰ ਫਤਿਹ ਨਾ ਕਰ ਸਕਿਆ। ਪਰ ਹੁਣ ਉਹ ਇਸ ਆਸ 'ਤੇ ਕਿ ਸਵੇਰੇ ਗੁਰੂ ਜੀ ਨੂੰ ਜ਼ਰੂਰ ਹੀ ਫੜ ਲਵਾਂਗੇ ਜਾਂ ਮਾਰ ਦਿਆਂਗੇ, ਦੂਰ ਤੱਕ ਪਿਕਟਾਂ ਦੀਆਂ ਡਿਊਟੀਆਂ ਲਾ ਕੇ ਬਿਠਾਏ ਜਾ ਰਹੇ ਸਨ। ਇੱਧਰੋਂ ਸਤਿਗੁਰੂ ਜੀ ਤਾਂ ਗਹਿਰ ਗੰਭੀਰ ਭਾਵੀ ਦੇ ਮਾਲਕ ਸਨ, ਪਰ ਮਨੁੱਖੀ ਧਰਮ ਕਰਤੱਵ ਦੀ ਸਿਖਰ ਨੂੰ ਛੋਹ ਰਹੇ ਸਨ। ਸਿੰਘਾਂ ਵਿੱਚ ਸਲਾਹ ਹੋ ਕੇ ਗੁਰੂ ਜੀ ਪਾਸ ਬੇਨਤੀ ਕੀਤੀ ਕਿ ਉਹ ਜਿਵੇਂ ਵੀ ਹੋਵੇ ਗੜੀ ਵਿੱਚੋਂ ਨਿਕਲ ਜਾਣ। ਉਹਨਾਂ ਕਿਹਾ, ਹੇ ਧਰਮ ਤੁਰੰਤਰ ਸਤਿਗੁਰੂ ਜੀਓ, ਆਪ ਇੱਥੋਂ ਸਹੀ ਸਲਾਮਤ ਨਿਕਲ ਜਾਓ ਤਾਂ ਹੀ ਪੰਥ ਦਾ ਭਲਾ ਹੈ। ਪੰਥ ਆਪ ਦਾ ਬੱਚਾ ਹੈ, ਆਪ ਪੰਥ ਦੇ ਪਿਤਾ ਹੋ। ਆਪ ਤਾਂ ਬਾਹਰ ਨਿਕਲ ਕੇ ਪੰਥ ਪੈਦਾ ਕਰ ਲਵੋਗੇ, ਪਰ ਪੰਥ ਤੁਹਾਡੇ ਵਰਗਾ ਗੁਰੂ ਪੈਦਾ ਨਹੀਂ ਕਰ ਸਕੇਗਾ। ਇਸ ਲਈ ਸਾਡੀ ਬੇਨਤੀ ਮੰਨੋ ਅਤੇ ਇੱਥੋਂ ਨਿਕਲ ਜਾਓ। ਗੁਰੂ ਜੀ ਨੇ ਮੁਸਕਰਾ ਕੇ ਕਿਹਾ, ਉਹ ਪਿਆਰਿਓ, ਸਾਨੂੰ ਅਕਾਲ ਪੁਰਖ ਦੀ ਟੇਕ ਹੈ। ਸਾਨੂੰ ਫੜਨ ਅਤੇ ਮਾਰਨ ਵਾਲਾ ਉਸ ਦੇ ਬਿਨਾਂ ਹੋਰ ਕੋਈ ਨਹੀਂ। ਪਰ ਤੁਸੀਂ ਤਾਂ ਮੈਨੂੰ ਕਾਇਰ ਬਣਾ ਕੇ ਜਾਨ ਬਚਾਉਣ ਲਈ ਕਹਿ ਰਹੇ ਹੋ। ਇਹ ਮੈਥੋਂ ਨਹੀਂ ਹੋ ਸਕੇਗਾ। ਅਬ ਤੋਂ ਜਰੇ ਮਰੇ ਸਿੱਧ ਪਾਈਏ, ਲੀਨੋ ਹਾਥ ਸਿੱਧ ਉਰਾ ਵਾਲੀ ਗੱਲ ਹੈ। ਗੁਰੂ ਜੀ ਨਾ ਮੰਨੇ। ਦੂਜੀ ਵਾਰ ਕਿਹਾ ਤਾਂ ਵੀ ਨਾ ਮੰਨੇ। ਤਾਂ ਤੀਜੀ ਵਾਰ ਭਾਈ ਦਇਆ ਸਿੰਘ ਜੀ ਨਾਲ ਸਲਾਹ ਕਰਕੇ ਗੁਰੂ ਜੀ ਨੂੰ, ਹੇ ਸਤਿਗੁਰੂ ਜੀਓ, ਤੁਹਾਡੇ ਉਪਦੇਸ਼ ਅਨੁਸਾਰ ਹੀ ਅਸੀਂ ਇਸ ਵੇਲੇ ਪੰਥ ਪੰਜਾਂ ਪਿਆਰਿਆਂ ਦੇ ਰੂਪ ਵਿੱਚ ਇਕੱਠੇ ਹੋ ਕੇ ਹੁਕਮ ਦਿੰਦੇ ਹਾਂ ਕਿ ਤੁਸੀਂ ਗੜੀ ਨੂੰ ਇਸੇ ਵੇਲੇ ਤਿਆਗ ਦਿਓ ਅਤੇ ਬਾਹਰ ਨਿਕਲ ਕੇ ਪੰਥ ਅਤੇ ਦੇਸ਼ ਦੀ ਸੇਵਾ ਕਰੋ। ਇਹ ਸੁਣ ਸਤਿਗੁਰੂ ਜੀ ਦਾ ਸਿਰ ਇਸ ਪੰਥ ਦੇ ਹੁਕਮ ਅੱਗੇ ਝੁਕ ਗਿਆ। ਪਰ ਕਹਿੰਦੇ ਹਨ ਕਿ ਉਸ ਸਮੇਂ ਗੁਰੂ ਜੀ ਦੇ ਚਿਹਰੇ ਦਾ ਤੇਜ ਇੰਨਾ ਸੀ ਕਿ ਕੋਈ ਸਿੰਘ ਉਹਨਾਂ ਦੇ ਸਾਹਮਣੇ ਅੱਖਾਂ ਨਹੀਂ ਸੀ ਖੋਲ੍ਹ ਸਕਦਾ। ਇਸ ਸਮੇਂ ਗੁਰੂ ਜੀ ਨੇ ਭਾਈ ਸੰਗਤ ਸਿੰਘ ਜੀ ਨੂੰ, ਜੋ ਗੁਰੂ ਜੀ ਦੇ ਹਮ ਉਮਰ ਅਤੇ ਕੁਝ ਮਿਲਦੀ ਜੁਲਦੀ ਸ਼ਕਲ ਵਾਲੇ ਵੀ ਸਨ, ਉਹਨਾਂ ਦੇ ਸਿਰ 'ਤੇ ਜਗ੍ਹਾ ਅਤੇ ਕਲਗੀ ਰੱਖ ਦਿੱਤੀ ਅਤੇ ਕਿਹਾ, ਪੰਜਾਂ ਵਿੱਚ ਮੈਂ ਹੀ ਵਰਤਦਾ ਹਾਂ। ਇਸ ਵਿੱਚ ਰਤਾ ਵੀ ਸੰਦੇਹ ਨਾ ਸਮਝੋ। ਬਾਕੀ ਯਾਦ ਰੱਖੋ, ਵੈਰੀ ਦਾ ਮੁਕਾਬਲਾ ਕਰਨਾ ਹੈ, ਲੜਦਿਆਂ ਸ਼ਹੀਦ ਹੋਣਾ ਹੈ, ਪਰ ਹਥਿਆਰ ਨਹੀਂ ਸੁੱਟਣੇ। ਵੈਰੀ ਦੀ ਈਨ ਨਹੀਂ ਮੰਨਣੀ ਹੈ। ਇਹਨਾਂ ਗੱਲਾਂ ਦਾ ਇਕਰਾਰ ਕਰੋ, ਤਦ ਅਸੀਂ ਨਿਕਲ ਜਾਵਾਂਗੇ। ਸਿੰਘਾਂ ਨੇ ਸੀਸ ਨਿਵਾਏ ਅਤੇ ਪ੍ਰਣ ਲਿਆ। ਇਹ ਮਗਰੋਂ ਭਾਈ ਦਇਆ ਸਿੰਘ, ਧਰਮ ਸਿੰਘ ਅਤੇ ਮਾਨ ਸਿੰਘ ਨੂੰ ਨਾਲ ਲੈ ਕੇ ਗੜੀ ਤੋਂ ਬਾਹਰ ਨਿਕਲ ਆਏ, ਜਿੱਥੇ ਗੁਰਦੁਆਰਾ ਤਾੜੀ ਸਾਹਿਬ ਹੈ। ਇੱਥੇ ਆ ਕੇ ਤਾੜੀ ਵਜਾਈ ਅਤੇ ਕਿਹਾ, ਸਿੱਖਾਂ ਦਾ ਗੁਰੂ ਜਾ ਰਿਹਾ ਹੈ, ਫੜ ਲਵੋ ਜੇ ਫੜ ਸਕਦੇ ਹੋ। ਇੱਕ ਵਾਰੀ ਨਹੀਂ, 3 ਵਾਰੀ ਇਉਂ ਕਹਿ ਕੇ ਗੁਰੂ ਜੀ ਤੁਰੇ। ਭਾਈ ਦਇਆ ਸਿੰਘ ਨੂੰ ਧਰੂਧਾਰੇ ਦੀ ਸੇਧ 'ਤੇ ਤੁਰੇ ਜਾਣ ਲਈ ਕਿਹਾ, ਕਿਉਂਕਿ ਏਡੇ ਵੱਡੇ ਲਸ਼ਕਰ ਵਿੱਚੋਂ ਨਿਕਲ ਕੇ ਵਿਛੜ ਜਾਣਾ ਜ਼ਰੂਰੀ ਸੀ। ਦੁਸ਼ਮਣਾਂ ਨੇ ਆਵਾਜ਼ ਸੁਣੀ ਅਤੇ ਤਿਆਰ ਹੋਣ ਲੱਗੇ ਸੀ ਕਿ ਗੁਰੂ ਜੀ ਦੇ ਤੀਰਾਂ ਨੇ ਬਲਦੀਆਂ ਮਸਾਲਾਂ ਨਿਸ਼ਾਨੇ ਕਰ ਬੁਝਾ ਦਿੱਤੀਆਂ ਅਤੇ ਬੁਝਾਉਂਦੇ ਹੀ ਗਏ। ਹਨੇਰੇ ਨੇ ਅਜੀਬ ਕੁਰਲਾਹਟ ਮਚਾਈ ਅਤੇ ਸੈਂਕੜੇ ਅਤੇ ਹਜ਼ਾਰਾਂ ਆਪੋ ਵਿੱਚ ਉਥਲ ਪੁਥਲ ਹੋ ਮਰ ਖਪ ਗਏ। ਮਾਰੋ ਫੜੋ ਦੇ ਰੌਲੇ ਵਿੱਚ ਕੁਝ ਵੀ ਸੁਣਾਈ ਨਹੀਂ ਸੀ ਦਿੰਦਾ। 6-7 ਮੀਲਾਂ ਵਿੱਚ ਦੁਸ਼ਮਣ ਹੀ ਦੁਸ਼ਮਣ ਸੀ, ਪਰ ਗੁਰੂ ਜੀ ਤੁਰੀ ਗਏ ਅਤੇ ਦਿਨ ਦੀ ਲੋਅ ਤੱਕ ਸਭ ਦੁਸ਼ਮਣ ਲੰਘ ਗਏ। ਪਰ ਧੱਕਮ ਧੱਕੇ ਵਿੱਚ ਪੈਰੋਂ ਜੋੜਾ ਵੀ ਲੱਥ ਗਿਆ ਅਤੇ ਨੰਗੇ ਪੈਰੀ ਤੁਰੀ ਗਏ। ਕਿਹੜੀ ਪਿੰਡ ਦੇ ਨੇੜੇ ਅਫਲੂ ਅਤੇ ਗਾਮੋ ਗੁੱਜਰਾਂ ਨੇ ਗੁਰੂ ਜੀ ਨੂੰ ਪਛਾਣ ਕੇ ਰੌਲਾ ਪਾਉਣਾ ਚਾਹਿਆ ਤਾਂ ਗੁਰੂ ਜੀ ਨੇ ਦੋਵੇਂ ਝਟਕਾ ਦਿੱਤੇ। ਇਸ ਤੋਂ 2 ਮੀਲ ਅੱਗੇ ਜਾ ਕੇ ਇੱਕ ਜੰਡ ਨਾਲ ਢੋ ਲਾ ਕੇ ਕੁਝ ਚਿਰ ਆਰਾਮ ਕਰਨ ਲਈ ਬਹਿ ਗਏ। ਥਕਾਵਟ ਦੂਰ ਕਰਨ ਲਈ ਅੱਕ ਦੇ ਫੁੱਲ ਤੋੜ ਕੇ ਖਾਧੇ, ਪਰ ਕੰਡਿਆਲੇ ਮਲੇ ਅਤੇ ਬੇਰੀਆਂ ਨੇ ਪੈਰ ਵਿੰਨ੍ਹ ਦਿੱਤੇ ਅਤੇ ਛਾਲੇ ਪਾ ਦਿੱਤੇ ਸਨ। ਵਾਹ ਧੰਨ ਸਤਿਗੁਰੂ, ਧਰਮ ਅਤੇ ਦੇਸ਼ ਦੀ ਖਾਤਰ ਸਭ ਸੁੱਖ ਕੁਰਬਾਨ ਕਰ ਦੇਣ ਵਾਲੇ ਪਿਤਾ ਸਤਿਗੁਰ। ਰੱਥ, ਪਾਲਕੀਆਂ, ਹਾਥੀ, ਘੋੜੇ ਅਤੇ ਨੰਗੇ ਪੈਰੀ, ਜਿਨ੍ਹਾਂ ਕਦੇ ਤੁਰ ਕੇ ਨਹੀਂ ਸੀ ਵੇਖਿਆ, ਅੱਜ ਇਕੱਲੇ ਅਤੇ ਨੰਗੇ ਪੈਰੀ ਸਨ, ਪਰ ਇਉਂ ਸਨ ਜਿਵੇਂ ਉਹ ਸੁਖੀ ਹੀ ਸਨ। ਸੁੱਖ ਦੁੱਖ ਨੂੰ ਸਮ ਕਰ ਜਾਣਨ ਵਾਲੇ ਬ੍ਰਹਮ ਗਿਆਨੀਆਂ ਦੇ ਇਸੇ ਵੇਲੇ ਉਹ ਪ੍ਰਤੱਖ ਸਰੂਪ ਸਨ
ਅਤੇ ਆਪਣੇ ਆਤਮਕ ਆਨੰਦ ਵਿੱਚ ਇਸ ਵੇਲੇ ਵੀ ਮਗਨ ਹੀ ਸਨ। ਦਿਨੇ ਜੰਗਲਾਂ 'ਤੇ ਕੰਡਿਆਲੀ ਧਰਤੀ 'ਤੇ ਫਿਰਦੇ ਰਹੇ ਅਤੇ ਰਾਤ ਮਾਛੀਵਾੜੇ ਦੇ ਨੇੜੇ ਪੁੱਜੇ। ਸੰਘਣੇ ਬ੍ਰਿਛਾਂ ਦੀ ਛਾਂ 'ਤੇ ਖੂਹ ਸੀ। ਉੱਥੋਂ ਖੂਹ ਤੋਂ ਟਿੰਡ ਖੋਲ੍ਹ ਸਿਰਹਾਣੇ ਰੱਖੀ ਅਤੇ ਮਖਮਲੀ ਸੇਜਾਂ 'ਤੇ ਪਲੰਘ ਉੱਤੇ ਸੌਣ ਵਾਲੇ ਗੁਰੂ ਪੁੰਜੇ ਹੀ ਬਿਰਾਜ ਗਏ। ਕੰਡਿਆਂ ਨਾਲ ਅੜ ਅੜ ਕੇ ਕੱਪੜੇ ਵੀ ਲੀਰੋ ਲੀਰ ਹੋਏ ਪਏ ਸਨ, ਪਰ ਕਮਰ ਕੱਸਾ ਉਸੇ ਤਰ੍ਹਾਂ ਸੀ। ਤਲਵਾਰ ਦੀ ਮੁੱਠ ਹੱਥ ਵਿੱਚ ਹੀ ਸੀ, ਪਰ ਇਸ ਸਭ ਕੁਝ ਦੇ ਹੁੰਦੇ ਉਹ ਮਿੱਤਰ ਪਿਆਰੇ ਦੇ ਸਨ। ਆਪ ਦੇ ਨੂਰਾਨੀ ਚਿਹਰੇ ਦੀ ਚਮਕ ਰਾਤ ਸਮੇਂ ਦੂਰੋਂ ਹੀ ਨਜ਼ਰ ਆਉਂਦੀ ਸੀ। ਭਾਈ ਦਇਆ ਸਿੰਘ, ਧਰਮ ਸਿੰਘ ਅਤੇ ਮਾਨ ਸਿੰਘ ਤਿੰਨੇ ਹੀ ਗੁਰੂ ਜੀ ਨਾਲ ਤੁਰੇ ਸਨ, ਪਰ ਉਹ ਸਹੀ ਸਲਾਮਤ ਸਨ। ਉਹ ਦਿਨ ਦੇ ਚਾਨਣੇ ਵਿੱਚ ਸਭ ਦੇ ਸਾਹਮਣੇ ਅਤੇ ਅਮਨ ਅਮਾਨ ਤੁਰੇ ਆ ਰਹੇ ਸਨ। ਕਿਸੇ ਨੂੰ ਕੀ ਪਤਾ ਸੀ ਕਿ ਇਹ ਸ੍ਰੀ ਕਲਗੀਧਰ ਦੇ ਯੋਧੇ ਸਨ। ਅੱਜ ਪੋਹ ਦੀ ਰਾਤ ਨੂੰ ਚਮਕੌਰ ਤੋਂ ਨਿਕਲੇ ਅਤੇ 10-11 ਪੋਹ ਦੀ ਰਾਤ ਨੂੰ ਮਾਛੀਵਾੜੇ ਦੇ ਨੇੜੇ ਪੁੱਜੇ। ਸਿੰਘ ਗੁਰੂ ਜੀ ਨੂੰ ਲੱਭਦੇ ਫਿਰਦੇ ਸਨ ਕਿ ਉਹਨਾਂ ਆਪਣੇ ਪਿਆਰੇ ਸਤਿਗੁਰੂ ਨੂੰ ਘੂਕ ਸੁੱਤੇ ਵੇਖ ਲਿਆ। ਨੇੜੇ ਆ ਗਏ, ਆਵਾਜ਼ ਨਹੀਂ ਦਿੱਤੀ। ਭਾਈ ਦਇਆ ਸਿੰਘ ਜੀ ਮੁਖੀ ਸਨ। ਉਹਨਾਂ ਸਤਿਗੁਰੂ ਜੀ ਦੇ ਚਰਨਾਂ ਵੱਲ ਬੈਠ ਕੇ ਚਰਨਾਂ ਵੱਲ ਤੱਕਿਆ ਤਾਂ ਪੈਰਾਂ 'ਤੇ ਛਾਲੇ ਹੀ ਛਾਲੇ ਅਤੇ ਕਈਆਂ ਥਾਵਾਂ 'ਤੇ ਖੂਨ ਨਿਕਲਿਆ ਹੋਇਆ ਸੀ। ਪੈਰ ਦੁਖਦੇ ਹੋਣਗੇ, ਇਹ ਜਾਣਦਿਆਂ ਵੀ ਉਹਨਾਂ ਪੈਰਾਂ ਦੀਆਂ ਤਲੀਆਂ ਨੂੰ ਝੱਸ ਦਿੱਤਾ ਤਾਂ ਸਤਿਗੁਰੂ ਜੀ ਜਾਗ ਪਏ। ਉਹਨਾਂ ਦੇ ਹੱਥ ਤਲਵਾਰ ਦੀ ਮੁੱਠ 'ਤੇ ਹੀ ਸੀ ਅਤੇ ਆਪਣੇ ਵੱਲੋਂ ਉਹ ਖਬਰਦਾਰ ਸਨ, ਪਰ ਆਪਣੇ ਪਿਆਰੇ ਸਿੰਘਾਂ ਨੂੰ ਵੇਖਿਆ ਤਾਂ ਕਿਹਾ, ਭਾਈ ਦਇਆ ਸਿੰਘ ਜੀ ਆ ਗਏ ਹੋ? ਹਾਂ, ਪਰ ਸਤਿਗੁਰੂ ਜੀਓ, ਤੁਸੀਂ ਇੱਥੇ ਰੜੇ ਮੈਦਾਨ ਵਿੱਚ ਪਏ ਹੋ। ਦੁਸ਼ਮਣ ਆ ਰਿਹਾ ਹੈ, ਕਿਸੇ ਟਿਕਾਣੇ ਚਲੋ। ਪੈਰਾਂ 'ਤੇ ਛਾਲੇ ਹਨ, ਹੁਣ ਹੋਰ ਤੁਰਿਆ ਨਹੀਂ ਜਾ ਸਕਦਾ। ਗੁਰੂ ਜੀ ਨੇ ਕਿਹਾ। ਇਹ ਸੁਣ ਭਾਈ ਮਾਨ ਸਿੰਘ ਜੀ ਨੇ ਆਪਣੇ ਸਤਿਗੁਰੂ ਜੀ ਨੂੰ ਆਪਣੇ ਕੰਧੇ 'ਤੇ ਚੁੱਕ ਲਿਆ ਅਤੇ ਗੁਲਾਬੇ ਮਸੰਦ ਦੇ ਖੂਹ ਉੱਤੇ ਲੈ ਆਏ। ਗੁਰੂ ਜੀ ਮਾਛੀਵਾੜੇ ਵਿੱਚ। ਗੁਰੂ ਜੀ ਇਸ ਸਮੇਂ ਮਾਛੀਵਾੜੇ ਤੋਂ ਬਾਹਰ ਗੁਲਾਬੇ ਮਸੰਦ ਦੇ ਖੂਹ 'ਤੇ ਬੈਠੇ ਸਨ। ਇਸ ਖੂਹ 'ਤੇ ਤੜਕੇ ਮੂੰਹ ਹਨੇਰੇ ਹੀ ਇੱਥੋਂ ਦੇ ਹੀ ਵਸਨੀਕ ਨਬੀ ਖਾਂ ਅਤੇ ਗਣੀ ਖਾਂ ਸੁਚੇਤੇ ਜਾਂਦੇ ਆ ਨਿਕਲੇ। ਇਹ ਕੜਿਆਂ ਦੇ ਸੌਦਾਗਰ ਸਨ ਅਤੇ ਕਈ ਵਾਰ ਅਨੰਦਪੁਰ ਵਿੱਚ ਗੁਰੂ ਜੀ ਕੋਲ ਕੜੇ ਵੇਚੇ ਅਤੇ ਦਰਸ਼ਨ ਕੀਤੇ ਸਨ। ਹੁਣ ਦੀ ਗੱਲ ਬਾਤ ਬਾਰੇ ਵੀ ਉਹ ਗੁਰੂ ਜੀ ਬਾਰੇ ਸਭ ਕੁਝ ਸੁਣ ਰਹੇ ਸਨ ਅਤੇ ਸਭ ਪਾਸੇ ਗੁਰੂ ਜੀ ਦੀ ਬਹਾਦਰੀ ਦੀ ਚਰਚਾ ਹੋ ਰਹੀ ਸੀ। ਚਮਕੌਰ ਅਤੇ ਘੇਰੇ ਦੀ ਖਬਰ ਜਿਸ ਨੇ ਸੁਣਾਈ ਸੀ, ਉਸ ਨੇ ਇਹਨਾਂ ਭਰਾਵਾਂ ਨੂੰ ਖਬਰ ਸੁਣਾਉਂਦੇ ਹੋਏ ਕਿਹਾ ਸੀ, ਅਸੀਂ ਵੀ ਪੁੱਤਰਾਂ ਵਾਲੇ ਹਾਂ, ਸੰਗੀ ਸਾਥੀ ਸਾਡੇ ਵੀ ਬਥੇਰੇ ਹਨ, ਪਰ ਇਸ ਸਿੱਖਾਂ ਦੇ ਗੁਰੂ ਵਰਗਾ ਕੋਈ ਨਹੀਂ ਡਿੱਠਾ। ਆਪਣੇ ਸਾਹਮਣੇ ਜਵਾਨ ਅਤੇ ਸੁੰਦਰ ਆਪਣੇ ਆਗਿਆਕਾਰੀ ਪੁੱਤਰਾਂ ਨੂੰ ਜੰਗ ਵਿੱਚ ਭੇਜ ਕੇ ਤੁੰਬਾ ਤੁੰਬਾ ਹੋ ਕੇ ਲੜਦਿਆਂ ਮਰਦਿਆਂ ਦੇਖਦਾ ਹੈ। ਫਿਰ ਇਹ ਲੜਾਈ ਕਿਸੇ ਦੇਸ਼ ਲਈ ਨਹੀਂ, ਜ਼ਰ ਜ਼ਮੀਨ ਲਈ ਨਹੀਂ, ਕੇਵਲ ਈਮਾਨ ਅਤੇ ਧਰਮ ਦੀ ਹੈ। ਇਸ ਲਈ ਸਿੱਖਾਂ ਦੇ ਪੀਰ ਦਾ ਸਾਨੀ ਹੀ ਕੋਈ ਨਹੀਂ। ਇਹੋ ਜਿਹੀ ਧੀਰਜ, ਸ਼ਾਂਤੀ ਅਤੇ ਆਪਾ ਵਾਰੂ ਜਜ਼ਬਾ ਅੱਜ ਤੱਕ ਹੋਰ ਕਿਸੇ ਦਾ ਵੀ ਸੁਣਨ ਵਿੱਚ ਨਹੀਂ ਆਇਆ। ਸੋ ਇਹਨਾਂ ਗੱਲਾਂ ਨੂੰ ਸੁਣਨ ਵਾਲੇ ਨਬੀ ਖਾਂ ਅਤੇ ਗਣੀ ਖਾਂ ਨੇ ਝੱਟ ਹੀ ਗੁਰੂ ਜੀ ਨੂੰ ਪਛਾਣ ਲਿਆ। ਉਹਨਾਂ ਕਿਹਾ, ਇਹੋ ਜਿਹੇ ਸੱਚੇ ਪੀਰ ਦੀ ਖਿਦਮਤ ਨਾਲੋਂ ਵੱਧ ਕੇ ਹੋਰ ਕੋਈ ਖਿਦਮਤ ਨਹੀਂ। ਉਹ ਗੁਰੂ ਜੀ ਨਾਲ ਅੱਗੇ ਵੱਧ ਕੇ ਗੱਲਾਂ ਬਾਤਾਂ ਕਰ ਰਹੇ ਸਨ ਕਿ ਗੁਰੂ ਜੀ ਨੇ ਇਸ ਸਮੇਂ ਬੇਪਰਵਾਹੀ ਦੀ ਹੱਦ ਕਰ ਵਿਖਾਈ। ਦੋਹੜੇ ਅਤੇ ਟੱਪੇ ਖੁਸ਼ੀ ਦੀ ਟੀਸੀ 'ਤੇ ਪੁੱਜੇ ਆਦਮੀ ਦੇ ਮੂੰਹੋਂ ਨਿਕਲਦੇ ਹਨ। ਖੁਸ਼ੀ ਵਿੱਚ ਆ ਕੇ ਪਿਆਰੇ ਦੀ ਸਿਫਤ ਕਰੀਦੀ ਹੈ। ਸੋ ਗੁਰੂ ਜੀ ਨੇ ਇਸ ਸਮੇਂ ਦੋਹਰਾ ਉਚਾਰਿਆ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਯਾਰੜੇ ਦਾ ਸਾਨੂੰ ਸਥਰ ਚੰਗਾ, ਭੱਟ ਖੇੜਿਆਂ ਦਾ ਰਹਿਣਾ। ਗਣੀ ਖਾਂ ਅਤੇ ਨਬੀ ਖਾਂ ਗੁਰੂ ਜੀ ਨਾਲ ਗੱਲਾਂ ਕਰ ਮੁੜ ਗਏ। ਉਹਨਾਂ ਕਿਸ ਨੂੰ ਕੀ ਦੱਸਣਾ ਸੀ। ਉਹ ਤਾਂ ਸਗੋਂ ਗੁਰੂ ਜੀ ਦੀਆਂ ਇਹਨਾਂ ਅਦੁੱਤੀ ਕਰਨੀਆਂ ਦੇ ਕਾਰਨ ਮੁਰੀਦ ਬਣ ਗਏ ਸਨ। ਇੰਨੇ ਨੂੰ ਗੁਲਾਬੇ ਮਸੰਦ ਨੂੰ ਪਤਾ ਲੱਗਾ ਤਾਂ ਉਹ ਭਰਾ ਪੰਜਾਬੇ ਨੂੰ ਨਾਲ ਲੈ ਕੇ ਗੁਰੂ ਜੀ ਦੇ ਹਾਜ਼ਰ ਹੋਇਆ। ਉਹ ਗੁਰੂ ਜੀ ਨੂੰ ਘਰ ਲੈ ਗਿਆ।
ਗੁਰੂ ਜੀ ਨੇ ਗਰਮ ਪਾਣੀ ਨਾਲ ਇਸ਼ਨਾਨ ਕੀਤਾ ਅਤੇ ਪਲੰਘ 'ਤੇ ਬਿਰਾਜਮਾਨ ਹੋ ਗਏ। ਗੁਰੂ ਜੀ ਉੱਪਰ ਚੁਬਾਰੇ ਵਿੱਚ ਸਨ ਅਤੇ ਸਿੰਘ ਰਾਖੇ ਪਹਿਰੇਦਾਰ ਸਨ। ਇੱਥੇ ਇੱਕ ਮਾਈ ਸੀ ਜਿਸ ਨੇ ਪਾਉਂਟੇ ਤੋਂ ਆਉਂਦੇ ਗੁਰੂ ਜੀ ਦੇ ਕਟਾਸ਼ ਰਾਜ ਤੀਰਥ 'ਤੇ ਦਰਸ਼ਨ ਕੀਤੇ ਸਨ। ਇਸ ਨੇ ਗੁਰੂ ਜੀ ਵਾਸਤੇ ਖੱਦਰ ਦਾ ਥਾਨ ਤਿਆਰ ਕਰ ਰੱਖਿਆ ਸੀ ਅਤੇ ਦਰਸ਼ਨਾਂ ਲਈ ਬੇਨਤੀਆਂ ਕਰ ਰਹੀ ਸੀ ਕਿ ਉਸ ਨੂੰ ਗੁਰੂ ਜੀ ਦੇ ਉੱਥੇ ਪੁੱਜਣ ਦੀ ਸੂਹ ਲੱਗ ਗਈ। ਉਸ ਨੇ ਰੇਜਾ ਭੇਟਾ ਕੀਤਾ ਅਤੇ ਗੁਰੂ ਜੀ ਦੇ ਦਰਸ਼ਨ ਕਰਕੇ ਆਪਣੇ ਆਪ ਨੂੰ ਆਨੰਦ ਅਤੇ ਪ੍ਰਸੰਨਤਾ ਵਿੱਚ ਕਰ ਲਿਆ। ਪਰ ਇਹ ਗੱਲ 2 ਦਿਨ ਬਾਅਦ ਦੀ ਹੈ। ਉੱਧਰ ਚਮਕੌਰ ਵਿੱਚ ਸਾਰੀ ਰਾਤ ਸਿੰਘ ਗੜ੍ਹੀ ਵਿੱਚੋਂ ਕੋਈ ਗੋਲੀ ਦਾਗ ਦਿੰਦੇ ਰਹੇ ਅਤੇ ਰਾਤ ਇਸੇ ਤਰ੍ਹਾਂ ਹੀ ਲੰਘਾ ਦਿੱਤੀ। ਦਿਨ ਚੜ੍ਹਦੇ ਜਦ ਵੈਰੀਆਂ ਨੇ ਪੌੜੀਆਂ ਲਾ ਕੇ ਗੜ੍ਹੀ ਦੇ ਅੰਦਰ ਉਤਰਨਾ ਸ਼ੁਰੂ ਕਰ ਦਿੱਤਾ ਤਾਂ ਪੰਜੇ ਸਿੰਘ ਤਲਵਾਰਾਂ ਧੂ ਕੇ ਜਦ ਤੱਕ ਜਾਨ ਵਿੱਚ ਜਾਨ ਰਹੀ ਕੱਟਾ ਵੱਢੀ ਕਰਦੇ ਰਹੇ ਅਤੇ ਅਖੀਰ ਸ਼ਹੀਦ ਹੋ ਗਏ। ਭਾਵੇਂ ਉਹਨਾਂ ਨੇ ਭਾਈ ਸੰਗਤ ਸਿੰਘ ਜੀ ਦੇ ਸੀਸ ਨੂੰ ਗੁਰੂ ਸੀਸ ਸਮਝ ਕੇ ਵੱਢ ਲਿਆ ਅਤੇ ਗੁਰੂ ਮਾਰ ਲਿਆ, ਫਤਿਹ ਹੋ ਗਈ ਦੀਆਂ ਖੁਸ਼ੀਆਂ ਕਰਨ ਲੱਗੇ, ਪਰ ਗੁਰੂ ਜੀ ਦਾ ਸ਼ੱਕ ਅਜੇ ਸੀ, ਕਿਉਂਕਿ ਰਾਤ ਦਾ ਰੌਲਾ ਅਤੇ ਕੱਟ ਵੱਢ ਕੋਈ ਥੋੜ ਵੀ ਨਹੀਂ ਸੀ ਹੋਈ। ਸੂਬਾ ਸਰਹੰਦ 'ਤੇ ਜ਼ਬਰਦਸਤ ਖਾਂ ਵਾਪਸ ਮੁੜ ਗਏ, ਪਰ ਫੌਜਾਂ ਨੂੰ ਹੁਕਮ ਦੇ ਦਿੱਤਾ ਕਿ ਚੱਪਾ ਚੱਪਾ ਫੋਲੀ ਜਾਓ, ਕਿਤੇ ਗੁਰੂ ਨਿਕਲ ਨਾ ਜਾਏ। ਸੋ ਤੀਜੇ ਚੌਥੇ ਦਿਨ ਫੌਜਾਂ ਚਮਕੌਰ ਵੱਲੋਂ ਢੂੰਡ ਕਰਦੀਆਂ ਜਾ ਪੁੱਜੀਆਂ। ਉੱਧਰੋਂ ਨਾਲ ਦੇ ਗੁਆਂਢੀ ਮੌਲਵੀ ਨੂੰ ਵੀ ਸ਼ੱਕ ਜਿਹਾ ਪੈ ਗਿਆ ਸੀ, ਨਾਲੇ ਸਿੰਘ ਗੁੱਝੇ ਰਹਿ ਵੀ ਕਿਵੇਂ ਸਕਦੇ ਸਨ। ਸੋ ਗੁਲਾਬੇ ਨੇ ਗੁਰੂ ਜੀ ਨੂੰ ਫੜੇ ਜਾਣੋਂ ਬਚਾਉਣ ਦੇ ਖਿਆਲ ਨਾਲ ਉੱਥੋਂ ਚਲੇ ਜਾਣ ਦੀ ਬੇਨਤੀ ਕੀਤੀ। ਗੁਰੂ ਜੀ ਨੇ ਕਿਹਾ, ਗੁਲਾਬਿਆ, ਘਬਰਾਉਣ ਅਤੇ ਚਿੰਤਾ ਵਾਲੀ ਤਾਂ ਗੱਲ ਹੀ ਕੋਈ ਨਹੀਂ, ਪਰ ਤੈਨੂੰ ਡਰ ਲੱਗ ਰਿਹਾ ਹੈ ਤਾਂ ਅਸੀਂ ਚਲੇ ਜਾਂਦੇ ਹਾਂ। ਮਾਈ ਵੱਲੋਂ ਭੇਟਾ ਕੀਤੇ ਖੱਦਰ ਨੂੰ ਗੁਰੂ ਜੀ ਨੇ ਕਿਹਾ, ਇਸ ਨੂੰ ਨੀਲਾ ਰੰਗਾ ਦੇ, ਗਣੀ ਖਾਂ ਅਤੇ ਨਬੀ ਖਾਂ ਨੂੰ ਸੱਦ ਦੇ। ਉਹਨਾਂ ਦੇ ਆਏ ਅਤੇ ਗੁਰੂ ਜੀ ਨੇ ਜਿਵੇਂ ਨਿਕਲਣਾ ਚਾਹੀਦਾ ਸੀ ਉਹ ਸਲਾਹ ਮੁਕੰਮਲ ਕਰ ਲਈ। ਗੁਰੂ ਜੀ ਨੇ ਉੱਚ ਦੇ ਪੀਰ ਬਣ ਕੇ ਮਾਛੀਵਾੜਿਓਂ ਨਿਕਲਣਾ। ਭਾਵੇਂ ਲਲਾਰੀ ਨੇ ਕਿਹਾ ਸੀ ਕਿ ਮੱਟ 5 ਦਿਨਾਂ ਤੱਕ ਉੱਠੇਗਾ, ਪਰ ਗੁਰੂ ਜੀ ਨੇ ਕਿਹਾ ਕਿ ਨਹੀਂ, ਮੱਟ ਵੇਖੋ ਰੰਗ ਉੱਠ ਪਿਆ ਹੈ। ਸਤਿਗੁਰੂ ਜੀ ਦੇ ਬਚਨ ਦੀ ਦੇਰ ਸੀ। ਸੱਚਮੁੱਚ ਹੀ ਮੱਟ ਉੱਠਿਆ ਵੇਖ ਲਲਾਰੀ ਅਚਰਜ ਤੇ ਹੈਰਾਨ ਹੋ ਗਿਆ। ਉਹ ਖੱਦਰ ਦਾ ਥਾਨ ਨੀਲਾ ਰੰਗ ਕੇ ਗੁਰੂ ਜੀ ਪਾਸ ਲੈ ਆਇਆ। ਗੁਰੂ ਜੀ ਨੇ ਲਲਾਰੀ ਨੂੰ ਹੁਕਮਨਾਮਾ ਦਿੱਤਾ ਜੋ ਅੱਜ ਵੀ ਉਸ ਦੀ ਬੰਸ ਕੋਲ ਹੈ। ਨਬੀ ਖਾਂ, ਗਣੀ ਖਾਂ ਅਤੇ ਸਭ ਸਿੰਘਾਂ ਨੂੰ ਨੀਲੇ ਬਸਤਰ ਪਹਿਨਾਏ ਗਏ। ਗੁਰੂ ਜੀ ਨੇ ਆਪ ਵੀ ਪਹਿਨ ਲਏ। ਹਜ਼ੂਰ ਤਸਬੀਹ ਫੜ ਕੇ ਪਲੰਘ 'ਤੇ ਬੈਠ ਗਏ। ਭਾਈ ਧਰਮ ਸਿੰਘ, ਮਾਨ ਸਿੰਘ, ਨਬੀ ਖਾਂ ਅਤੇ ਗਣੀ ਖਾਂ ਨੇ ਪਲੰਘ ਚੁੱਕ ਲਿਆ। ਭਾਈ ਦਇਆ ਸਿੰਘ ਜੀ ਮੋਰ ਖੰਭਾਂ ਦੇ ਚੌਰ ਨੂੰ ਗੁਰੂ ਜੀ ਦੇ ਸਿਰ 'ਤੇ ਫੇਰਨ ਲੱਗ ਪਏ। ਇਉਂ ਗੁਰੂ ਜੀ ਮਾਛੀਵਾੜੇ ਤੋਂ ਉੱਚ ਦਾ ਪੀਰ ਬਣ ਕੇ ਨਿਕਲ ਤੁਰੇ। ਉੱਚ ਦਾ ਪਿੰਡ ਮੁਲਤਾਨ ਦੇ ਨੇੜੇ ਹੈ, ਜਿੱਥੋਂ ਦੇ ਪੀਰਾਂ ਦੀ ਮੁਸਲਮਾਨਾਂ ਵਿੱਚ ਚੰਗੀ ਮਾਨਤਾ ਹੈ ਅਤੇ ਸੋਢੀਆਂ ਬੇਦੀਆਂ ਵਾਂਗ ਉਹਨਾਂ ਦੀ ਪੀਰੀ ਮੁਰੀਦੀ ਵੀ ਚੱਲਦੀ ਸੀ। ਪਲੰਘ ਦੇ ਅੱਗੇ ਗਣੀ ਖਾਂ ਅਤੇ ਨਬੀ ਖਾਂ ਲੱਗੇ ਅਤੇ ਉਹ ਅੱਗੋਂ ਰੋਕ ਕੇ ਪੁੱਛਣ ਵਾਲਿਆਂ ਨੂੰ ਕਹਿੰਦੇ ਕਿ ਉੱਚ ਦੇ ਪੀਰ ਮੁਰੀਦਾਂ ਦੀ ਮੰਗ ਅਨੁਸਾਰ ਦੌਰੇ 'ਤੇ ਜਾ ਰਹੇ ਹਨ। ਹੁਣ ਪੁੱਛਣ ਵਾਲੇ ਸਿਰ ਝੁਕਾ ਦਿੰਦੇ ਅਤੇ ਪਲੰਘ ਬਿਲਕੁਲ ਹੀ ਫੌਜੀ ਪਿਕਟਾਂ ਵਿਚਕਾਰ ਚਲਾ ਗਿਆ ਤਾਂ ਕੁਝ ਸਿਪਾਹੀਆਂ ਨੇ ਆਪਣੇ ਵੱਡੇ ਫੌਜਦਾਰ ਦਲੇਰ ਖਾਂ ਨੂੰ ਖਬਰ ਦਿੱਤੀ ਕਿ ਉੱਚ ਦੇ ਪੀਰ ਸਾਹਿਬ ਜਾ ਰਹੇ ਹਨ, ਕੀ ਹੁਕਮ ਹੈ? ਉਸ ਨੇ ਕਿਹਾ, ਪੀਰ ਸਾਹਿਬ ਨੂੰ ਕਹੋ ਮੈਨੂੰ ਦੀਦਾਰ ਦੇ ਕੇ ਜਾਣ। ਜਦ ਗੁਰੂ ਜੀ ਦਾ ਪਲੰਘ ਉਸ ਦੇ ਕੈਂਪ ਕੋਲ ਪੁੱਜਾ ਤਾਂ ਦਲੇਰ ਖਾਂ ਨੇ ਬਾਹਰ ਨਿਕਲ ਕੇ ਦੂਰੋਂ ਹੀ ਸਲਾਮ ਕੀਤੀ, ਪਰ ਨਾਲ ਹੀ ਕਿਹਾ, ਕੋਈ ਗਵਾਹੀਆ ਦਿਓ ਕਿ ਇਹ ਠੀਕ ਹੀ ਉਹੀ ਪੀਰਜ਼ਾਦੇ ਹਨ ਅਤੇ ਨਾਲੇ ਸਾਡੇ ਜ਼ਾਇਫਤ ਖਾਣਾ ਵੀ ਖਾਂਦੇ ਜਾਓ।
ਅੱਗੋਂ ਨਬੀ ਖਾਨ ਨੇ ਕਿਹਾ, ਪੀਰ ਜੀ ਤਾਂ ਰੋਜ਼ੇਪੁਰ ਹਨ ਅਤੇ ਬਾਕੀ ਅਸੀਂ ਮੁਰੀਦ ਖਾਂ ਲਵਾਂਗੇ। ਗਵਾਹੀ ਲਈ ਗੁਰੂ ਜੀ ਦੇ ਦੱਸੇ ਅਨੁਸਾਰ ਪੀਰ ਮੁਹੰਮਦ ਸਲੋਹ ਵਾਲਾ, ਜਿਸ ਤੋਂ ਗੁਰੂ ਜੀ ਨੇ ਫਾਰਸੀ ਪੜ੍ਹੀ ਸੀ, ਸੱਯਦ ਅਨਾਇਤ ਅਲੀ ਨੂਰਪੁਰੀਆ, ਸੱਯਦ ਹਸਨ ਅਲੀ ਸੱਦੇ ਗਏ। ਇਹਨਾਂ ਗੁਰੂ ਜੀ ਨੂੰ ਵੇਖਦੇ ਹੀ ਪਛਾਣ ਲਿਆ ਅਤੇ ਝੁਕ ਕੇ ਸਿਜਦਾ ਕੀਤਾ। ਉਹਨਾਂ ਦਲੇਰ ਖਾਂ ਨੂੰ ਕਿਹਾ, ਸ਼ੁਕਰ ਹੈ ਜੋ ਇਸ ਪੀਰਾਨ ਪੀਰ ਨੇ ਤੁਹਾਨੂੰ ਕੋਈ ਬਦਦੁਆ ਨਹੀਂ ਦਿੱਤੀ। ਇਹ ਤਾਂ ਐਸੇ ਸੱਚੇ ਪੀਰ ਹਨ ਕਿ ਜੋ ਮੂੰਹੋਂ ਕਹਿ ਦੇਣ ਉਹ ਮੁੜਦਾ ਨਹੀਂ, ਸੱਚ ਹੋ ਜਾਂਦਾ ਹੈ। ਤੁਸਾਂ ਅਜੇ ਤੱਕ ਕੋਈ ਗੱਲ ਤਾਂ ਨਹੀਂ ਕਹੀ? ਦਲੇਰ ਖਾਂ ਨੇ ਕਿਹਾ, ਨਹੀਂ, ਪਰ ਨਾਲ ਹੀ ਇਹਨਾਂ ਗਵਾਹੀਆਂ ਨੇ ਉਸ 5000 ਜਰਨੈਲ ਦੇ ਦਿਲ ਨੂੰ ਹਿਲਾ ਕੇ ਰੱਖ ਦਿੱਤਾ। ਉਹ ਮਨ ਹੀ ਮਨ ਵਿੱਚ ਸ਼ੁਕਰ ਮਨਾਉਣ ਲੱਗਾ ਕਿ ਉਸ ਦੇ ਮੂੰਹੋਂ ਪੀਰ ਜੀ ਦੀ ਸ਼ਾਨ ਦੇ ਵਿਰੁੱਧ ਕੋਈ ਗੱਲ ਨਹੀਂ ਨਿਕਲੀ। ਖਾਣਾ ਖਾਣ ਲਈ ਗੁਰੂ ਜੀ ਦਾ ਹੁਕਮ ਪਾ ਕੇ ਤਿੰਨੇ ਸਿੰਘ ਚਲੇ ਗਏ। ਜਦ ਉਹਨਾਂ ਸਾਹਮਣੇ ਪੁਲਾਓ ਅਤੇ ਜਰਦਾ ਆਦਿਕ ਪਰੋਸੇ ਗਏ ਤਾਂ ਉਹਨਾਂ ਉਸ ਵਿੱਚ ਕਰਦ ਫੇਰ ਲਈ। ਵੇਖਣ ਵਾਲੇ ਹੈਰਾਨ ਹੋ ਗਏ ਅਤੇ ਪੁੱਛਿਆ, ਇਹ ਕੀ? ਉਹਨਾਂ ਕਿਹਾ, ਪੀਰ ਜੀ ਦੇ ਨਾਲ ਹੱਜ 'ਤੇ ਗਏ ਤਾਂ ਉੱਥੋਂ ਇਹ ਕਰਦ ਮਿਲੀ ਹੈ, ਜਿਸ ਨੂੰ ਖਾਣੇ ਵਿੱਚ ਫੇਰਨ ਨਾਲ ਖਾਣਾ ਸੁਆਦੀ ਅਤੇ ਸ਼ੁੱਧ ਪਵਿੱਤਰ ਹੋ ਜਾਂਦਾ ਹੈ। ਇਹ ਸੁਣ ਉਹ ਚੁੱਪ ਕਰ ਗਏ। ਖਾਣਾ ਖਾਣ ਮਗਰੋਂ ਵਾਪਸ ਆਏ ਅਤੇ ਉੱਥੇ ਹੀ ਰਹੇ। ਦਿਨ ਚੜ੍ਹੇ ਦਲੇਰ ਖਾਂ ਤੋਂ ਵਿਦਿਆ ਹੋ ਆਏ। ਦਲੇਰ ਖਾਂ ਨੇ 5 ਅਸ਼ਰਫੀਆਂ ਨਜ਼ਰ ਭੇਟ ਕੀਤੀਆਂ। 1-2 ਪੜਾਅ ਕਰਕੇ ਗੁਰੂ ਜੀ ਕਟਾਣੀ ਪੁੱਜੇ ਅਤੇ ਇੱਥੇ ਗਣੀ ਖਾਂ ਅਤੇ ਨਬੀ ਖਾਂ ਨੂੰ ਹੁਕਮਨਾਮੇ ਦੇ ਕੇ ਪਰਤਾ ਦਿੱਤਾ। ਇਸ ਤੋਂ ਅੱਗੇ ਨੰਬਰਦਾਰੀ ਸਿਸਟਮ ਅਨੁਸਾਰ ਪਿੰਡੋਂ ਪਿੰਡ ਹੁੰਦੇ ਘੁਗਰਾਲੀ ਪੁੱਜੇ। ਇੱਥੋਂ ਦਾ ਨੱਥੂ ਮਿਸਤਰੀ ਮਸ਼ਹੂਰ ਸੀ, ਜੋ ਅਨੰਦਪੁਰ ਗੁਰੂ ਜੀ ਕੋਲ ਸ਼ਸਤਰ ਲਿਜਾਂਦਾ ਰਿਹਾ ਸੀ ਅਤੇ ਇਹ ਸਰਹੰਦ ਦੇ ਸਰਕਾਰੀ ਹਥਿਆਰਾਂ ਦੇ ਕਾਰਖਾਨੇ ਦਾ ਮਾਲਕ ਸੀ। ਸਿੰਘ ਉਸ ਨੂੰ ਗੁਰੂ ਜੀ ਕੋਲ ਬੁਲਾ ਲਿਆਏ। ਹੁਣ ਵੀ ਉਹ ਗੁਰੂ ਜੀ ਲਈ 1 ਕਮਾਨ, ਕੁਝ ਤੀਰ ਅਤੇ 2 ਤਲਵਾਰਾਂ ਲੈ ਆਇਆ। ਇੱਥੋਂ ਦੇ ਨੰਬਰਦਾਰ ਕੋਲੋਂ ਗੁਰੂ ਜੀ ਨੇ ਘੋੜੀ ਮੰਗੀ ਤਾਂ ਉਹ ਮੁਕਰ ਗਿਆ। ਗੁਰੂ ਜੀ ਇੱਥੋਂ ਪਲੰਗ 'ਤੇ ਹੀ ਹੇਰਾ ਤੱਕ ਪੁੱਜੇ ਅਤੇ ਉੱਥੇ ਕਿਰਪਾਲ ਦਾਸ ਉਦਾਸੀ ਦੇ ਡੇਰੇ ਜਾ ਉਤਰੇ, ਪਰ ਉਹ ਡਰ ਗਿਆ। ਗੁਰੂ ਜੀ ਉੱਥੋਂ ਲੰਮੇ ਜੱਟ ਪੂਰੇ ਜਾ ਰਹੇ। ਅੱਗੋਂ ਇਸੇ ਤਰ੍ਹਾਂ ਪਲੰਗ 'ਤੇ ਹੀ ਆਲਮਗੀਰ ਲੁਧਿਆਣੇ ਤੱਕ ਪੁੱਜੇ। ਇੱਥੇ ਭਾਈ ਮਨੀ ਸਿੰਘ ਜੀ ਦੇ ਵੱਡੇ ਭਰਾ ਨਿਗਾਹੀਏ ਸਿੰਘ ਨੇ ਘੋੜਾ ਭੇਟ ਕੀਤਾ। ਗੁਰੂ ਜੀ ਨੇ ਪਲੰਗ ਛੱਡ ਦਿੱਤਾ ਅਤੇ ਘੋੜ ਅਸਵਾਰ ਹੋ ਗਏ। ਇੱਥੋਂ ਚੱਲ ਕੇ ਰਾਏਕੋਟ ਪਹੁੰਚੇ। ਰਾਏ ਕਲਾਂ ਮਿਲਿਆ। ਉਸ ਨੇ ਗੁਰੂ ਜੀ ਨਾਲ ਗੱਲਬਾਤ ਕਰਕੇ ਜਦ ਸਾਰੀ ਹੋਈ ਬੀਤੀ ਸੁਣੀ ਤਾਂ ਅਫਸੋਸ ਕੀਤਾ ਕਿ ਤੁਹਾਡੇ ਵਰਗੇ ਮਹਾਂਪੁਰਸ਼ਾਂ ਨਾਲ ਵਕਤ ਦੇ ਹਾਕਮਾਂ ਨੇ ਬੜਾ ਜ਼ੁਲਮ ਅਤੇ ਜਬਰ ਕੀਤਾ ਹੈ। ਤੁਹਾਨੂੰ ਉਜਾੜ ਕੇ ਕੀ ਲੈ ਲਿਆ ਹੈ? ਮੁਫ਼ਤ ਦਾ ਕਲੰਕ ਹੀ ਖੱਟਿਆ ਹੈ। ਤੁਸੀਂ ਤਾਂ ਸੁੱਖ ਦੁੱਖ ਨੂੰ ਸਮ ਜਾਣਨ ਵਾਲੇ ਮਹਾਂਪੁਰਸ਼ ਹੋ ਅਤੇ ਇਹਨਾਂ ਜ਼ਾਲਮਾਂ ਦਾ ਭਲਾ ਕਦੇ ਵੀ ਨਹੀਂ ਹੋਵੇਗਾ। ਰਾਏ ਕਲ ਦੇ ਗੱਲਾਂ ਕਰਦਿਆਂ ਹੰਝੂ ਵਗ ਗਏ।